Assalamu alaikum and welcome to War. War stands for with all respect. हम इसमें माशरे के मुख्तलिफ मसाइल पर बात करेंगे जिससे ऐसे मसाइल, ऐसे फिक्री रुझानात जिससे माशरे में तखरीबी सोच पैदा हो और वो सोच किसी न किसी फर्द को या ग्रोह को किसी भी किस्म का नुकसान पहुंचाए। हम ये बात करेंगे कि वो कहाँ से उसने जन्म लिया, वो सोचने उसके माखिज क्या हैं और उसका फिर सद्देबाब किस तरह क्यों कर किया जा सकता है। हमारे पार्टिसिपेंट ये बातें मुकम्मल अपनी ज़ाती ओपिनियन के ऊपर करेंगे। हमारा या उनका आपस में किसी बात पर मुत्तफिक होना या ना होना ज़रूरी नहीं है। इसके ऊपर बात करेंगे और आज का हमारा जो टॉपिक है जो कि चल रहा है उसकी पहली किस्त आप देख चुके हैं। टॉपिक है अदम बर्दाश्त और हमारा माशरा। तो उसके ऊपर बात करते हुए हम उस सिलसिले की आज आपको दूसरी किस्त दिखाएंगे। तो चलिए सुनते हैं अपने पार्टिसिपेंट उनके ख्यालात। और बड़े सगीर ਦੇ ਵਿੱਚ ਵਹਾਬੀਆਂ ਨੇ ਫਿਰ ਕੀ ਕੀਤਾ ਕਿ ਇਹਨਾਂ ਨੇ ਬਕਾਇਦਾ ਇੱਕ ਤਹਿਰੀਕ ਚਲਾ ਕੇ ਵਹਾਬੀਇਜ਼ਮ ਨੂੰ ਅਹਿਲੇ ਹਦੀਸ ਦੇ ਟਾਈਟਲ ਥੱਲੇ ਉਹਨਾਂ ਨੂੰ ਕਵਰ ਕੀਤਾ ਜਾਂ ਕੈਮੋਫਲਾਜ ਕੀਤਾ, ਕਿਉਂਕਿ ਵਹਾਬੀਇਜ਼ਮ ਤੋਂ ਲੋਕ ਵੈਸੇ ਥੋੜੇ ਜਿਹੇ ਖਾਇਫ ਹੋ ਗਏ ਕਿ ਇਹ ਸ਼ਾਇਦ ਕੋਈ ਬਹੁਤ ਹੀ ਇੱਕ ਖਤਰਨਾਕ ਔਰ ਬਹੁਤ ਹੀ ਇੱਕ ਨਾਕਾਬਲੇ ਬਰਦਾਸ਼ਤ ਨਜ਼ਰੀਆ ਹੈਗਾ। ਔਰ ਇਸੇ ਤਰ੍ਹਾਂ ਫਿਰ ਬਹੁਤ ਸਾਰੀ ਮੂਵਮੈਂਟ ਚੱਲੀਆਂ ਨੇ। ਮਸਲਨ ਫਿਰ ਦਿਓਬੰਦ ਦਾ ਕਿਆਮ 1868 ਦੇ ਵਿੱਚ 1868 ਵਿੱਚ ਦਿਓਬੰਦ ਦਾ ਅਸੀਂ ਦੇਖਦੇ ਹਾਂ ਕਿਆਮ ਆਉਂਦਾ ਹੈ, ਅਮਲ ਚ ਆਉਂਦਾ ਹੈ ਬੜੇ ਸਟੇਟ ਦੇ ਅੰਦਰ। ਔਰ ਦਿਓਬੰਦੀ ਮਕਤਬ ਫਿਗਰ ਜਿਹੜਾ ਹੈ ਇਹ ਕਾਫੀ ਰਿਜਿਡ ਲੋਕ ਸੀ, ਹਿੰਦੁਸਤਾਨ ਨੂੰ ਦਾਰੁਲ ਹਰਬ ਸਮਝਦੇ ਸੀ ਔਰ ਇਹਨਾਂ ਨੇ ਇੱਕ ਦਾਰੁਲ ਅਫਤਾ ਕਾਇਮ ਕੀਤਾ। ਔਰ ਉਹਦੇ ਫਤਾਵਾ ਦੀ ਤਾਰੀਖ ਬੜੀ ਹੀ ਦਿਲਚਸਪ ਤਾਰੀਖ ਹੈ ਕਿ ਉਸ ਜ਼ਮਾਨੇ 'ਚ ਫਿਕਰ ਮੁਸਲਮਾਨਾਂ ਦੀ ਕੀ ਸੀ। ਫਿਕਰ ਇਹ ਸੀ ਕਿ ਇਹ ਲੋਕ ਚਾਹੇ ਬਿਸਕੁਟ, ਰੇਲ ਗੱਡੀ, ਰੇਡੀਓ, ਲਾਊਡ ਸਪੀਕਰ, ਹਰ ਤਰ੍ਹਾਂ ਦੀ ਡਿਵੈਲਪਮੈਂਟ ਨੂੰ ਖਿਲਾਫੇ ਇਸਲਾਮ ਸਮਝਦੇ ਸੀ ਔਰ ਫਤਵੇ ਜਾਰੀ ਕਰਦੇ ਹੁੰਦੇ ਸੀ। ਠੀਕ ਹੈ। ਔਰ ਇਹ ਫਤਵੇ ਨਾ ਸਿਰਫ ਪੂਰੇ ਹਿੰਦੁਸਤਾਨ 'ਚ ਜਾਂਦੇ ਸੀ ਬਲਕਿ ਅਫਗਾਨਿਸਤਾਨ ਔਰ ਸੂਬਾ ਸਰਹੱਦ ਦੇ ਵਿੱਚ ਵੀ ਜਿਹੜੇ ਸਟੂਡੈਂਟ ਉੱਥੋਂ ਇਹਨਾਂ ਕੋਲ ਆਉਂਦੇ ਸੀ ਪੜ੍ਹਨ, ਇਹ ਫਤਵੇ ਉੱਥੇ ਤੱਕ ਯਾਨੀ ਟਰੈਵਲ ਕਰਦੇ ਸੀ। ਇਸ ਤਰ੍ਹਾਂ ਇੱਕ ਇੰਤਹਾ ਪਸੰਦਾਨਾ ਫਿਕਰ ਜਿਹੜੀ ਸੀ, ਇੱਕ ਜਿਹੜੀ ਅਹਿਆ ਦੀ ਤਹਿਰੀਕ ਦੇ ਤੌਰ ਦੇ ਉੱਤੇ ਸਾਨੂੰ ਨਜ਼ਰ ਆਉਂਦੀ, ਉਹ ਚਾਰੋਂ ਪਾਸੇ ਫੈਲਦੀ ਪਈ ਸੀ। ਇਹਦੇ ਮੁਕਾਬਲੇ ਜਦੋਂ ਰਾਏ ਬਰੇਲੀ ਵਾਲਿਆਂ ਨੇ ਮਦਰਸਾ ਬਰੇਲੀ ਦਾ ਜਿਹੜਾ ਸੀ ਉਹ ਆਗਾਜ਼ ਕੀਤਾ, ਉਹ ਲੋਕ ਨਿਸਬਤਨ ਲਿਬਰਲ ਸੀ ਇਹਨਾਂ ਤੋਂ ਔਰ ਉਹ ਲੋਕ ਹਿੰਦੁਸਤਾਨ ਨੂੰ ਦਾਰੁਲ ਹਰਬ ਵੀ ਨਹੀਂ ਸੀ ਸਮਝਦੇ ਔਰ ਉਹਨਾਂ ਦੇ ਫਾਲੋਵਰ ਜ਼ਿਆਦਾਤਰ ਦਿਹਾਤ ਦੇ ਲੋਕ ਸੀ। ਇਹ ਉਹ ਲੋਕ ਜਿਹੜਾ ਮੇਲੇ ਠੇਲੇ ਉਰਸ ਔਰ ਪੀਰੀ ਫਕੀਰੀ ਨੂੰ ਇਹ ਲੋਕ ਐਕਸੈਪਟ ਕਰਦੇ ਸੀ ਔਰ ਨਿਸਬਤਨ ਲਿਬਰਲ ਖਿਆਲਾਤ ਦੇ ਮਾਲਕ ਸੀ ਔਰ ਜਹਾਦ ਨੂੰ ਵੀ ਇਹ ਲੋਕ ਜ਼ਰੂਰੀ ਖਿਆਲ ਨਹੀਂ ਸੀ ਕਰਦੇ। ਇਹ ਮੂਵਮੈਂਟਸ ਜਿਹੜੀਆਂ ਵੀ ਚੱਲੀਆਂ ਨੇ ਇਹਨਾਂ ਦਾ ਫਿਰ ਜ਼ਾਹਿਰ ਹੈ ਬਰੇ ਸਗੀਰ ਦੇ ਅੰਦਰ ਮੁਸਲਮਾਨਾਂ ਦੇ ਅੰਦਰ ਸਪੈਸ਼ਲੀ ਬੜਾ ਇਹਦਾ ਇੰਪੈਕਟ ਆਇਆ। ਠੀਕ ਹੈ ਨਾ। ਔਰ ਇਸ ਇੰਪੈਕਟ ਦਾ ਅਸੀਂ ਫਿਰ ਬਹੁਤ ਸਾਰੇ ਰਵੱਈਏ ਅਸੀਂ ਦੇਖਦੇ ਹਾਂ ਕਿ ਐਜੂਕੇਸ਼ਨ ਦੇ ਉੱਤੇ ਇਹਦਾ ਇੰਪੈਕਟ ਆਇਆ, ਤੁਹਾਡੀ ਜਨਰਲ ਟੋਲਰੈਂਸ ਦੇ ਉੱਤੇ ਇਹਦਾ ਇੰਪੈਕਟ ਆਇਆ। ਫਿਰ ਇਹਨਾਂ ਤਬਕਾਤ ਨੇ ਇੱਕ ਦੂਸਰੇ ਦੇ ਬਾਰੇ ਜਿਸ ਤਰ੍ਹਾਂ ਫਤਵੇ ਦਿੱਤੇ, ਤਕਫੀਰੀ ਫਤਵੇ ਦਿੱਤੇ, ਇੱਕ ਦੂਜੇ ਦੇ ਖਿਲਾਫ ਕੁਫਰ ਦੇ ਫਤਵੇ ਦਿੱਤੇ, ਉਹ ਇੱਕ ਨਵੀਂ ਉਹਦੇ ਅੰਦਰ ਸਾਨੂੰ ਨਜ਼ਰ ਆਉਂਦੀ ਹੈ ਕਿ ਇੱਕ ਨਵੀਂ ਇੰਤਹਾ ਪਸੰਦੀ ਉਹਦੇ 'ਚ ਨਜ਼ਰ ਆ ਰਹੀ ਹੈ ਕਿ ਟੋਲਰੈਂਸ ਨਹੀਂ ਹੈਗੀ, ਡਿਬੇਟ ਦਾ ਕੋਈ ਮਾਹੌਲ ਨਹੀਂ ਹੈਗਾ, ਇਖਤਲਾਫ ਰਾਏ ਦੀ ਗੁੰਜਾਇਸ਼ ਨਹੀਂ ਹੈਗੀ। ਇਹ ਫਿਕਰ ਜਿਹੜੀ ਹੈ ਓਵਰਆਲ ਸੁਸਾਇਟੀ ਦੀ ਜਦੋਂ ਇਨਫਰਾਦੀ ਸਤਹ ਦੇ ਉੱਤੇ ਕਨਵਰਟ ਹੋ ਕੇ ਆਉਂਦੀ ਹੈ ਤੇ ਲੋਕ ਫਿਰ ਇਨਫਰਾਦੀ ਤੌਰ ਤੇ ਵੀ ਜਗ੍ਹਾ ਜਗ੍ਹਾ ਇਖਤਲਾਫ ਔਰ ਅਦਮ ਬਰਦਾਸ਼ਤ ਦਾ ਰਵੱਈਆ ਲੈ ਕੇ ਫਿਰਦੇ ਨੇ, ਜਿਹਦੇ ਨਤੀਜੇ 'ਚ ਸੁਸਾਇਟੀ ਤੁਹਾਡੀ ਸਾਰੀ ਜਿਹੜੀ ਹੈ ਉਹਦੇ 'ਚ ਇੱਕ ਇਨਟੋਲਰੈਂਸ ਔਰ ਇੱਕ ਮੁਤਸ਼ੱਦਦ ਰਵੱਈਏ ਜਿਹੜੇ ਨੇ ਨਾ ਉਹ ਨਜ਼ਰ ਆਉਂਦੇ ਨੇ ਜਗ੍ਹਾ ਜਗ੍ਹਾ। ਬਹੁਤ ਜ਼ਬਰਦਸਤ। ਜੈਸਾ ਤੁਸੀਂ ਜਿਹੜੀ ਗੱਲ ਕੀਤੀ ਨਾ ਯਾਰ, ਬੜਾ ਹੀ ਮਜ਼ਾ ਆਇਆ ਇਸ ਗੱਲ ਦਾ। ਬਿਲਕੁਲ ਇਸ ਤਰ੍ਹਾਂ ਹੀ ਹੈਗਾ। ਅੱਛਾ, ਇਹਦੇ ਵਿੱਚ ਤੁਸੀਂ ਇਹ ਦੇਖੋ ਕਿ ਇਹਦੇ ਵਿੱਚ ਥੋੜੀ ਜਿਹੀ ਹੋਰ ਜਿਹੜਾ ਹੈਗਾ ਨਾ, ਇਸ ਗੱਲ ਨੂੰ ਖੋਲੋ, ਥੋੜਾ ਜਿਹਾ ਅੱਗੇ ਲੈ ਕੇ ਚੱਲੋ ਕਿ ਇਹ ਜਿਹੜੀਆਂ ਤਹਿਰੀਕਾਂ ਉੱਠਦੀਆਂ ਰਹੀਆਂ ਨੇ ਸਾਰਾ ਕੁਝ, ਇਹਨਾਂ ਦੇ ਪਿੱਛੇ ਆਖਰ ਕੋਈ ਨਾ ਕੋਈ ਨਜ਼ਰੀਆਤ ਸੀ ਨਾ ਜਿਨ੍ਹਾਂ ਨੂੰ ਲੈ ਕੇ ਤੇ ਉੱਠਦੀਆਂ ਰਹੀਆਂ। ਨਜ਼ਰੀਆਤ
ਇਸ ਨੂੰ ਡਿਬੇਟ ਵਿੱਚ ਸ਼ਾਮਲ ਕਰੀਏ ਗੁਫ਼ਤਗੂ। हाँ जी शामिल है, शुरू है जी जी। ਹਾਂ ਮੇਰੇ ਕਹਿਣ ਦਾ ਮਕਸਦ ਹੈਗਾ ਕਿ ਜਿਹੜੀ ਮੈਨੂੰ ਸਮਝ ਆਉਂਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਛੋਟੀ ਜਿਹੀ ਗੱਲ, ਉਸ ਨੂੰ ਵੀ ਇਹਦੇ ਵਿੱਚ ਅਗਰ ਤੁਸੀਂ ਕਵਰ ਕਰੋਗੇ ਤੇ, ਕਿਉਂਕਿ ਤੁਹਾਡਾ ਜ਼ਿਆਦਾ ਇਸ ਚੀਜ਼ ਦੇ ਬਾਰੇ ਮੁਤਾਲਿਆ ਹੈਗਾ ਕਿ ਖਾਸ ਤੌਰ ਦੇ ਉੱਤੇ ਮੇਰੇ ਖਿਆਲ ਦੇ ਮੁਤਾਬਿਕ ਇਸ ਮਜ਼ਹਬ ਨੂੰ, ਖਾਸ ਤੌਰ ਦੇ ਉੱਤੇ ਇਸਲਾਮ ਨੂੰ, ਅਗਰ ਅਸੀਂ ਇਸਲਾਮ ਦੀ ਗੱਲ ਕਰੀਏ ਨਾ, ਇਹਨੂੰ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਪਹੁੰਚਾਇਆ ਹੈਗਾ ਉਹ ਉਮਤ ਤੇ ਮੁਸਲਮਾਨ ਦੇ ਤਸੱਵਰ ਨੇ ਨੁਕਸਾਨ ਪਹੁੰਚਾਇਆ ਹੈਗਾ ਕਿ ਅਸੀਂ ਇੱਕ ਉਮਤ ਹੈਗੇ ਆ ਔਰ ਅਸੀਂ ਜਿੱਥੇ ਵੀ ਹੋਈਏ, ਮਤਲਬ ਕਿ ਜਿਸ ਤਰ੍ਹਾਂ ਅਲਾਮਾ ਇਕਬਾਲ ਕਹਿੰਦਾ ਹੈਗਾ ਕਿ ਅਖੂਵਤ ਉਸको कहते हैं चुभे कांटा जो काबुल में, तो हिंदुस्तान का पीरो जवां बेताब हो जाए। ਅਸੀਂ ਜਿਹੜੀ ਜਗ੍ਹਾ ਦੇ ਉੱਤੇ ਦੇਖਨੇ ਹੈਗੇ ਆ, ਇਹ ਜਿਹੜਾ ਉਮਤ ਦਾ ਤਸੱਵਰ ਹੈਗਾ ਨਾ, ਇਸ ਨੇ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ। ਅਗਰ ਇੱਕ ਚੀਜ਼ ਕੋਈ ਬਰਮਾ ਦੇ ਵਿੱਚ ਹੋ ਰਹੀ ਹੈ, ਇੱਕ ਚੀਜ਼ ਇਰਾਕ ਦੇ ਵਿੱਚ ਹੋ ਰਹੀ ਹੈ, ਇੱਕ ਸ਼ਾਮ ਦੇ ਵਿੱਚ ਹੋ ਰਹੀ ਹੈ, ਇੱਕ ਕਿਸੇ ਜਗ੍ਹਾ ਦੇ ਉੱਤੇ ਹੋ ਰਹੀ ਹੈਗੀ ਹੈ, ਅਗਰ ਉਹ ਉੱਥੇ ਦੇ ਮਾਰੂਜ਼ੀ ਹਾਲਾਤ ਦੇ ਮੁਤਾਬਿਕ, ਉਹਨਾਂ ਦੀ ਆਪਣੀ ਵਜੂਹਾਤ ਦੇ ਮੁਤਾਬਿਕ ਵੀ ਹੋ ਰਹੀ ਹੈ, ਮਗਰ ਉਸ ਜਗ੍ਹਾ ਦੇ ਉੱਤੇ ਅਗਰ ਇੱਕ ਮੁਸਲਮਾਨ ਜਿਹੜਾ ਹੈਗਾ ਨਾ ਮਾਰਿਆ ਜਾ ਰਿਹਾ ਹੈਗਾ ਨਾ, ਤੇ ਉਸ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਹੈ ਕਿ ਤੁਸੀਂ ਇਹੀ ਸਮਝੋ ਕਿ ਅਗਰ ਇਰਾਕ ਦੇ ਵਿੱਚ ਇੱਕ ਮੁਸਲਮਾਨ ਦੇ ਉੱਤੇ ਹਮਲਾ ਹੋਇਆ ਨਾ, ਤੇ ਇਹੀ ਸਮਝੋ ਕਿ ਪਾਕਿਸਤਾਨ ਦੇ ਉੱਤੇ ਜਿਹੜਾ ਨਾ ਮੁਸਲਮਾਨ ਦੇ ਉੱਤੇ ਹਮਲਾ ਹੋ ਗਿਆ ਹੈ। ਅਗਰ ਅਫਗਾਨਿਸਤਾਨ ਦੇ ਵਿੱਚ ਕਿਸੇ ਮੁਸਲਮਾਨ ਦੇ ਉੱਤੇ ਕੋਈ ਚੀਜ਼ ਆ ਗਈ ਹੈ ਤੇ ਉਹ ਸਮਝੋ ਕਿ ਪਾਕਿਸਤਾਨੀ ਮੁਸਲਮਾਨ ਦੇ ਉੱਤੇ ਜਿਹੜਾ ਉਹ ਚੀਜ਼ ਆ ਗਈ ਹੈਗੀ ਹੈ। ਇਹ ਜਿਹੜਾ ਇੱਕ ਉਮਤ ਦਾ ਜਿਹੜਾ ਤਸੱਵਰ ਹੈਗਾ ਹੈ, ਇਸ ਨੇ ਵੀ ਤੇ ਸਾਡੀ ਇਸ ਚੀਜ਼ ਨੂੰ ਬੜਾ ਨੁਕਸਾਨ ਨਹੀਂ ਪਹੁੰਚਾਇਆ ਹੈਗਾ। ਤੁਹਾਡੀ ਗੱਲ ਬਿਲਕੁਲ ਠੀਕ ਹੈ। ਅਸਲ 'ਚ ਇਹ ਦੇਖੋ, ਇਹਦੇ 'ਚ ਇੱਕ ਬੜੀ ਦਿਲਚਸਪ ਗੱਲ ਹੈ ਵੇ, ਇਹੋ ਜਿਹੇ ਤਸੱਵਰ ਸ਼ਾਇਰਾਂ ਨੇ ਦਿੱਤੇ ਨੇ ਜਾਂ ਸੋ ਕਾਲਡ ਉਲਮਾ ਨੇ ਦਿੱਤੇ ਨੇ। ਕਦੀ ਕਿਸੇ ਵੱਡੇ ਦਾਨਿਸ਼ਵਰ, ਕਿਸੇ ਫਿਲਾਸਫਰ ਔਰ ਕਿਸੇ ਮੌਰਖ ਨੇ ਇਹ ਤਸੱਵਰ ਨਹੀਂ ਦਿੱਤਾ। ਮਸਲਨ ਇਕਬਾਲ ਬਹੁਤ ਵੱਡੇ ਸ਼ਾਇਰ ਨੇ, ਲੇਕਿਨ ਦੇਖੋ ਸ਼ਾਇਰੀ ਜਿਹੜੀ ਹੈ ਉਹ ਇੱਕ ਮਹਦੂਦ ਮੈਸੇਜ ਦਾ ਨਾਮ ਹੈ, ਉਹ ਅਲਟੀਮੇਟ ਮੈਸੇਜ ਨਹੀਂ ਹੈਗਾ। ਤੁਸੀਂ ਕਹਿ ਤਾਂ ਦਿੱਤਾ ਨੀਲ ਕੇ ਸਾਹਿਲ ਸੇ ਲੈ ਕੇ ਤਾਬ ਖਾ ਕੇ ਕਾਸ਼ਗਰ, ਲੇਕਿਨ ਉਹਦੀ ਅਮਲੀ ਸ਼ਕਲ ਜਿਹੜੀ ਹੈ ਉਹਦੇ ਵਾਸਤੇ ਨਜ਼ਰੀਆ ਚਾਹੀਦਾ ਹੈ, ਉਹਦੇ ਵਾਸਤੇ ਫਿਜ਼ੀਬਿਲਿਟੀ ਚਾਹੀਦੀ, ਉਹਦੇ ਵਾਸਤੇ ਜ਼ਮੀਨੀ ਹਕਾਇਕ ਚਾਹੀਦੇ ਨੇ, ਔਰ ਜ਼ਮੀਨੀ ਹਕਾਇਕ ਬਿਲਕੁਲ ਡਿਫਰੈਂਟ ਨੇ। ਤੁਸੀਂ ਦੇਖੋ ਇਸਲਾਮ ਦੀ ਚੁੰਗੀ ਗੱਲ ਹੋ ਰਹੀ ਹੈ, ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਮਾਨੇ 'ਚ ਦੋ ਕਬਾਇਲ ਦੀ ਰਾਇਵਲਰੀ ਤੇ ਸਾਨੂੰ ਪਤਾ ਨਾ, ਬਨੂ ਉਮਈਆ ਔਰ ਬਨੂ ਹਾਸ਼ਮ, ਠੀਕ ਹੈ। ਔਰ ਜਦੋਂ ਰਿਆਸਤ ਮਦੀਨਾ ਦਾ ਕਿਆਮ ਅਮਲ 'ਚ ਆਉਂਦਾ ਹੈ ਤੇ ਦੋ ਚੀਜ਼ਾਂ ਇਕੱਠੀਆਂ ਮਾਰਜ਼ੇ ਵਜੂਦ 'ਚ ਆਈਆਂ, ਇਸਲਾਮ ਔਰ ਸਮਾਜ, ਠੀਕ ਹੈ। ਤੁਸੀਂ ਦੇਖਦੇ ਹੋ ਕਿ 35-36 ਸਾਲ ਗੁਜ਼ਰਦੇ ਨੇ, ਸਮਾਜ ਅੱਗੇ ਚਲਾ ਜਾਂਦਾ। ਮਸਲਨ ਰਾਇਵਲਰੀ ਆ ਗਈ ਸਾਹਮਣੇ, ਉਹ ਜਿਹੜੀ ਰਾਇਵਲਰੀ ਵਕਤੀ ਤੌਰ ਤੇ ਇਸਲਾਮ ਨੇ ਦਬਾਈ ਸੀ, ਉਹ ਕਬਾਇਲੀ ਅਸਬੀਅਤ ਨਹੀਂ ਦਬ ਸਕੀ। ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਅਨਹੁ ਨਾਲ ਜੋ ਕੁਝ ਹੋਇਆ, ਅੱਗੋਂ ਉਹਨਾਂ ਦੇ ਬੱਚਿਆਂ ਨਾਲ ਜੋ ਕੁਝ ਹੋਇਆ, ਹਜ਼ਰਤ ਇਮਾਮ ਹੁਸੈਨ ਰਜ਼ੀ ਅੱਲਾਹ ਤਾਲਾ ਅਨਹੁ ਨਾਲ ਜੋ ਕੁਝ ਹੋਇਆ, ਇਹ ਸਭ ਹਿਸਟਰੀ ਹੈ। ਔਰ ਇਹਦੇ ਪਿੱਛੇ ਬਨੂ ਉਮਈਆ ਔਰ ਬਨੂ ਹਾਸ਼ਮ ਦੀ ਇੱਕ ਰਾਇਵਲਰੀ ਹੈ। ਹੁਣ ਇੱਕੋ ਹੀ ਮੁਲਕ ਹੈ, ਇੱਕੋ ਹੀ ਜ਼ੁਬਾਨ ਹੈ, ਇੱਕੋ ਹੀ ਜਗਰਾਫੀ ਹੈ, ਇੱਕੋ ਹੀ ਕਲਚਰ ਹੈ, ਇੱਕੋ ਹੀ ਮਜ਼ਹਬ ਦੇ ਅੰਦਰ ਵੀ ਅਗਰ ਕਬਾਇਲੀ ਅਸਬੀਅਤ ਇਸ ਕਦਰ ਮਜ਼ਬੂਤ ਹੋ ਸਕਦੀ ਹੈ ਤੇ ਮੁਲਕੀ ਨੈਸ਼ਨਲਿਜ਼ਮ ਕਿਤਨਾ ਸਟਰੋਂਗ ਹੋਏਗਾ, ਜਿਹਦੇ ਅੰਦਰ ਕਲਰ, ਜ਼ੁਬਾਨ, ਜੋਗਰਾਫੀ, ਆਦਾਤ, ਰਸਮ ਰਵਾਜ, ਤਾਰੀਖ, ਲਿਟਰੇਚਰ, ਹਰ ਚੀਜ਼ ਹੀ ਡਿਫਰੈਂਟ ਹੈਗੀ। ਇਸ ਵਾਸਤੇ ਮੈਂ ਸਮਝਣਾ ਕਿ ਇਹ ਲੋਕ ਇਹ ਅਮਲੀ ਤੌਰ ਤੇ ਮੁਮਕਿਨ ਨਹੀਂ ਹੈਗਾ। ਔਰ ਤੁਸੀਂ ਇੱਕ ਉਮਤ ਦਾ ਤਸੱਵਰ ਜਿਹੜਾ ਨਾ ਆਲ ਓਵਰ ਦਾ ਵਰਲਡ ਜਾਂ ਵਿਦਿਨ ਇਸਲਾਮਿਕ ਵਰਲਡ ਪੋਸੀਬਲ ਹੀ ਨਹੀਂ ਹੈਗਾ। ਅਗਰ ਇਹ ਤਸੱਵਰ, ਇਹਦੀ ਕੋਈ ਵੈਲਿਊ ਹੁੰਦੀ ਹੈ, ਇਹਦੇ ਪਿੱਛੇ ਕੋਈ ਰਿਐਲਿਟੀ ਹੁੰਦੀ, ਤੇ 1500 ਸਾਲ 'ਚ ਹੁਣ ਤੱਕ ਇਹ ਚੀਜ਼ ਜਿਹੜੀ ਸੀ ਨਾ, ਇੱਕ ਮਿਊਚੁਅਲ ਕੰਸੈਂਸਸ ਨਾਲ ਹੁਣ ਤੱਕ ਇਹਦੀ ਕੋਈ ਨਾ ਕੋਈ ਤਾਬੀਰ ਸਾਹਮਣੇ ਆ ਚੁੱਕੀ ਹੁੰਦੀ, ਜਦਕਿ ਇਸ ਤਰ੍ਹਾਂ ਨਹੀਂ ਹੋਇਆ। ਜਿਸ ਤਰ੍ਹਾਂ ਟਰਕਿਸ਼ ਅੰਪਾਇਰ ਨਾਲ ਹੋਇਆ, ਖਿਲਾਫਤ ਉਸਮਾਨੀਆ ਨਾਲ ਆਪਣੇ ਲੋਕਾਂ ਨੇ ਬਗਾਵਤ ਕੀਤੀ ਨਾ, ਔਰ ਖਿਲਾਫਤ ਖਤਮ ਹੋਈ ਔਰ ਅਰਬ ਨੈਸ਼ਨਲਿਜ਼ਮ ਖੜਾ ਹੋ ਗਿਆ। ਉਹਨਾਂ ਨੇ ਕਿਹਾ ਸਾਨੂੰ ਤੇ ਤੁਹਾਡੇ ਤੋਂ ਅਲੱਗਾ ਐਂਟੀਟੀ ਚਾਹੀਦੀ ਹੈ, ਔਰ ਉਹਨਾਂ ਨੇ ਸਾਬਤ ਕੀਤਾ ਕਿ ਸਾਡੀ ਐਂਟੀਟੀ ਅਲੱਗਾ ਹੈਗੀ ਹੈ। ਔਰ ਇਸੇ ਤਰ੍ਹਾਂ ਹਿੰਦੁਸਤਾਨ ਦੇ ਅੰਦਰ ਵੀ ਤੁਸੀਂ ਦੇਖੋ ਕਿ ਜਿਹੜੇ ਬਾਹਰੋਂ ਜਿੰਨੇ ਵੀ ਬਾਦਸ਼ਾਹ ਆਉਂਦੇ ਸੀ, ਔਰ ਜ਼ਿਆਦਾਤਰ ਖਾਨਦਾਨ ਆਪਣੀ ਸੈਪਰੇਟ ਐਂਟੀਟੀ ਬਰਕਰਾਰ ਰੱਖਦੇ, ਸਿਵਾਏ ਅਕਬਰ ਦੇ। ਅਕਬਰ ਨੇ ਮਕਾਮੀ ਸ਼ਾਦੀਆਂ ਕਰਕੇ ਔਰ ਇਸ ਸੋਇਲ ਦੇ ਨਾਲ ਆਪਣਾ ਇੱਕ ਪਰਸਨਲ ਰਿਲੇਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ, ਉਹਦੇ 'ਚ ਸਕਸੈਸਫੁਲ ਵੀ ਰਿਹਾ ਉਹ ਬੰਦਾ।
ਤੇ ਇਸ ਵਾਸਤੇ ਜਿਹੜਾ ਨੈਸ਼ਨਲਿਜ਼ਮ ਜਾਂ ਯਕ ਉਮਤ ਦਾ ਕਨਸੈਪਟ ਹੈ ਨਾ, ਇਹ ਦੋਵੇਂ ਇੱਕ ਮੇਰਾ ਖਿਆਲ ਮੁਤਜ਼ਾਦ ਚੀਜ਼ਾਂ ਨੇ। ਅੱਜ ਵੀ ਅਰਬ ਨੈਸ਼ਨਲਿਜ਼ਮ ਅਲੱਗਾ ਚੀਜ਼ ਹੈ, ਅਫਰੀਕੀ ਬਿਲਕੁਲ ਹੋਰ ਨੇ, ਏਸ਼ੀਅਨ ਬਿਲਕੁਲ ਹੋਰ ਨੇ, ਔਰ ਫਾਰ ਈਸਟ ਦੇ ਜਿਹੜੇ ਕੰਟਰੀ ਨੇ ਉਹਨਾਂ ਦਾ ਬਿਲਕੁਲ ਡਿਫਰੈਂਟ ਕਲਚਰ ਹੈ। ਇਹ ਸਭ ਚੀਜ਼ਾਂ ਤੁਸੀਂ ਇੱਕ ਸਪਿਰਿਚੁਅਲ ਕਨਸੈਪਟ ਤੇ ਤੁਸੀਂ ਦੇ ਸਕਦੇ ਹੋ ਉਹਨਾਂ ਨੂੰ। ਇਬਾਦਤ ਦਾ ਕਨਸੈਪਟ ਹੈ, ਆਖਰਤ ਦਾ ਕਨਸੈਪਟ ਹੈ, ਰਿਲੀਜੀਅਸ ਪ੍ਰੈਕਟਿਸਿਸ ਦਾ ਕਨਸੈਪਟ ਹੈ। ਲੇਕਿਨ ਮੈਂ ਕੱਪੜੇ ਕਿਹੜੇ ਪਾਣੇ ਨੇ, ਮੈਂ ਖਾਣਾ ਕਿਵੇਂ ਖਾਣਾ ਹੈ, ਮੇਰਾ ਮਕਾਨ ਕੈਸਾ ਹੋਏਗਾ, ਮੇਰੀ ਬੋਦੋਬਾਸ਼ ਕੈਸੀ ਹੋਏਗੀ, ਮੇਰਾ ਲਿਟਰੇਚਰ, ਮੇਰਾ ਕਲਚਰ, ਮੇਰੀ ਹਿਸਟਰੀ, ਦੈਟਸ ਇੰਟਾਇਰਲੀ ਡਿਫਰੈਂਟ। ਔਰ ਇਹਦੇ 'ਚ ਕਦੀ ਵੀ ਹਮ ਆਹੰਗੀ ਨਹੀਂ ਹੋ ਸਕਦੀ। ਇਹ ਉਹ ਚੀਜ਼ ਹੈ ਜਿਹਦੇ 'ਚ ਤੁਸੀਂ ਟੋਲਰੈਂਸ ਦਿਖਾਣੀ ਹੁੰਦੀ ਹੈ। ਇੱਥੇ ਆ ਕੇ ਤੁਸੀਂ ਫਿਰ ਦੂਸਰੇ ਦੇ ਇਸ਼ੂ ਨੂੰ, ਦੂਸਰੇ ਦੇ ਕਲਚਰ ਨੂੰ ਅੰਡਰਸਟੈਂਡ ਕਰਨਾ ਹੈ। ਦੇਖੋ, ਜ਼ੁਬਾਨ ਕਦੀ ਵੀ ਕੱਲੀ ਟਰੈਵਲ ਨਹੀਂ ਕਰਦੀ, ਯਾਨੀ ਇਹ ਇੱਕ ਬੜੀ ਇੰਪੋਰਟੈਂਟ ਗੱਲ ਹੈ। ਜ਼ੁਬਾਨ ਹਮੇਸ਼ਾ ਆਪਣੇ ਨਾਲ ਖਿਆਲ ਵੀ ਲੈ ਕੇ ਜਾਂਦੀ ਹੈ। ਹੁਣ ਚੂੰਕਿ ਸਾਊਥ ਏਸ਼ੀਆ ਦੀ ਗੱਲ ਹੋ ਰਹੀ ਹੈ, ਸਾਊਥ ਏਸ਼ੀਆ ਦੇ ਅੰਦਰ ਜਦੋਂ ਇਸਲਾਮ ਆਇਆ ਹੈ ਔਰ ਜਦੋਂ ਅਰਬ ਆਏ ਨੇ, ਉਹਨਾਂ ਨੇ ਇੱਥੇ ਦੇ ਮਕਾਮੀ ਲੋਕਾਂ ਨੂੰ ਅਰਬੀ ਸਿਖਾਈ ਹੈ ਔਰ ਇਸਲਾਮ ਸਿਖਾਇਆ ਹੈ। ਸਾਡਾ ਜਿਹੜਾ ਮੌਲਵੀ ਹੈ ਉਹ ਤੇ ਇੱਕ ਮਖਸੂਸ ਅਰਬੀ ਨੂੰ ਜਾਣਦਾ, ਸਿਰਫ ਉਹਦਾ ਕਨਸੈਪਟ ਜਿਹੜਾ ਇਸਲਾਮ ਦਾ ਉਹ ਮਿਡੀਵਲ ਦਾ, ਉਹ ਪੁਰਾਣੇ ਜ਼ਮਾਨੇ ਦਾ ਇਸਲਾਮ ਜਿਹੜਾ ਉਹਦੇ ਦਿਮਾਗ ਵਿੱਚ ਬੈਠਾ ਹੋਇਆ, ਉਹ ਉਸੇ ਚੀਜ਼ ਦੇ ਉੱਤੇ ਕਾਨੇ ਵੇ, ਉਹ ਉਹਨੂੰ ਹੀ ਅਲਟੀਮੇਟ ਰਿਐਲਿਟੀ ਔਰ ਉਹਨੂੰ ਹੀ ਉਹ ਸਮਝਦਾ ਕਿ ਇੱਥੇ ਆ ਕੇ ਫੁੱਲ ਸਟਾਪ ਲੱਗ ਗਿਆ, ਇਸ ਤੋਂ ਅੱਗੇ ਕਿਸੇ ਚੀਜ਼ ਦੀ ਕੋਈ ਮਜ਼ੀਦ ਗੁੰਜਾਇਸ਼ ਨਹੀਂ ਹੈਗੀ। ਉਹ ਉਹਨੂੰ ਹੀ ਤਕਮੀਲ ਸਮਝ ਰਿਹਾ ਹਰ ਚੀਜ਼ ਦੀ। ਜਦਕਿ ਸਮਾਜ ਔਰ ਦੁਨਿਆਵੀ ਮਾਸ਼ਰਤ ਜਿਹੜੀ ਹੈ ਉਹ ਹਰ ਲਮਹਾ ਉਹਦੇ ਅੰਦਰ ਤਗੱਯਰ ਆ ਰਿਹਾ, ਤਬਦੀਲੀ ਆ ਰਹੀ ਹੈ। ਜਦਕਿ ਸਾਡਾ ਮੌਲਵੀ, ਸਾਡਾ ਮੁੱਲਾ ਜਿਹੜਾ ਹੈ ਉਹ ਐਸਐਸ ਤੇ ਇਹੋ ਜਿਹੀ ਮੂਵਮੈਂਟਸ ਦੀ ਬੁਨਿਆਦ ਰੱਖਦੇ ਨੇ ਜਿਹਦੇ ਅੰਦਰ ਤਗੱਯਰ, ਤਬਦੀਲੀ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਉਹਦੇ ਵਾਸਤੇ ਅਲਟੀਮੇਟ ਰਿਐਲਿਟੀ ਜਿਹੜੀ ਉਹ ਪਾਸਟ ਵਿੱਚ, ਫਿਊਚਰ 'ਚ ਕੋਈ ਚੀਜ਼ ਨਹੀਂ ਹੈਗੀ ਇਸ ਅੰਦਰ। ਬਿਲਕੁਲ ਠੀਕ ਹੈਗੀ ਹੈ ਤੁਹਾਡੀ ਗੱਲ। ਆਪਣਾ ਮੈਂ ਇਸ ਚੀਜ਼ ਨੂੰ ਇਸੇ ਤਰ੍ਹਾਂ ਸਮਝਦਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ। ਉਸ ਦੇ ਵਿੱਚ ਫਿਰ ਇੱਕ ਹੋਰ ਜਿਹੜਾ ਸਭ ਤੋਂ ਵੱਡੀ ਚੀਜ਼ ਹੁੰਦੀ ਹੈਗੀ ਹੈ ਉਹ ਇਹ ਹੋ ਜਾਂਦੀ ਹੈਗੀ ਹੈ ਕਿ ਇੱਕ ਮਾਸ਼ਰਾ ਜਿਹੜਾ ਹੈਗਾ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈਗਾ, ਮਾਸ਼ਰੇ ਦੀ ਆਪਣੀ ਵੈਲਿਊਜ਼ ਹੁੰਦੀਆਂ ਨੇ, ਉਹਨਾਂ ਦੀ ਆਪਣੀਆਂ ਮਾਸ਼ਰਤੀ ਇਕਦਾਰਾਂ ਹੁੰਦੀਆਂ ਨੇ। ਜਿਸ ਵਕਤ ਮਜ਼ਹਬ ਇਹੋ ਜਿਹੇ ਮਾਸ਼ਰਿਆਂ ਦੇ ਵਿੱਚ ਆਉਂਦਾ ਹੈਗਾ ਜਿਹੜਾ ਇੱਕ ਬਿਲਕੁਲ ਹੀ ਅਲੱਗ ਮਾਸ਼ਰਤੀ ਇਕਦਾਰਾਂ ਤੋਂ ਉੱਠ ਕੇ ਆਉਂਦਾ ਹੈਗਾ, ਤੇ ਉਹਨੂੰ ਜਿਸ ਵਕਤ ਅਸੀਂ ਆਪਣੀ ਮਾਸ਼ਰਤੀ ਇਕਦਾਰਾਂ ਦੇ ਨਾਲ ਐਕਸੈਪਟ ਕਰਨ ਦੀ ਕੋਸ਼ਿਸ਼ ਕਰਨੇ ਆ ਤੇ ਉਸ ਜਗ੍ਹਾ ਦੇ ਉੱਤੇ ਬੜਾ ਮਸਲਾ ਬਣ ਜਾਂਦਾ ਹੈਗਾ। ਅਸੀਂ ਉਹਨਾਂ ਚੀਜ਼ਾਂ ਨੂੰ ਡੈਫੀਨਿਟਲੀ ਬਣਦਾ, ਬਿਲਕੁਲ ਠੀਕ ਗੱਲ ਕਰ ਰਹੇ, ਬਿਲਕੁਲ। ਦੇਖੋ ਬਣਦਾ ਮਸਲਾ, ਜਿਸ ਤਰ੍ਹਾਂ ਦੇਖੋ ਇਸਲਾਮ ਆਇਆ ਹੈ ਸਬ ਕੰਟੀਨੈਂਟ ਦੇ ਅੰਦਰ। ਮੈਂ ਮਿਸਾਲ ਦਿੱਤੀ ਕਿ ਸ਼ਾਹ ਵਲੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕੁਰਾਨ ਦਾ ਮੈਂ ਤਰਜਮਾ ਕਰਾਂ 1737 ਦੇ ਵਿੱਚ, ਲੇਕਿਨ ਉਹ ਨਹੀਂ, ਯਾਨੀ ਉਹਨਾਂ ਨੂੰ ਮੁਖਾਲਫਤ ਦਾ ਸਾਹਮਣਾ ਕਰਨਾ ਪਿਆ ਬਹੁਤ ਜ਼ਿਆਦਾ। ਸੂਫੀਆ ਆਏ ਨੇ ਇੱਥੇ ਔਰ ਸੂਫੀ ਕਾਮਯਾਬ ਹੋਏ ਨੇ ਐਜ਼ ਕੰਪੇਅਰ ਟੂ ਅਦਰ ਪੀਪਲ। ਔਰ ਸੂਫੀ ਐਸੇ ਕਾਮਯਾਬ ਹੋਏ ਕਿ ਉਹ ਆ ਕੇ ਲੋਕਲ एनवायरमेंट और कल्चर ਦੇ ਵਿੱਚ ਢਲ ਕੇ ਉਹਨਾਂ ਨੇ ਮੈਸੇਜ ਦਿੱਤਾ ਸੁਲਹ ਕੁਲ ਦਾ, ਠੀਕ ਹੈ। ਔਰ ਉਹਦੇ ਅੰਦਰ ਫਿਰ ਵਹਦਤੁਲ ਵਜੂਦ ਵੀ ਆ ਗਿਆ, ਉਹ ਚੁੱਕੇ ਥੋੜਾ ਡਿਫਰੈਂਟ ਟੌਪਿਕ ਹੋ ਜਾਏਗਾ। ਲੇਕਿਨ ਉਹਨਾਂ ਨੇ ਲੋਕਲ ਸਤ੍ਹਾ ਦੇ ਉੱਤੇ ਲੋਕਾਂ ਨੂੰ ਐਡਰੈਸ ਕੀਤਾ ਔਰ ਉਹ ਸਕਸੈਸਫੁਲ ਹੋਏ। ਲੋਕਾਂ ਨੇ ਉਹਨਾਂ ਨੂੰ ਐਕਸੈਪਟ ਕੀਤਾ ਔਰ ਉਹਨਾਂ ਦੀ ਖਾਨਕਾਵਾਂ ਆਬਾਦ ਹੁੰਦੀਆਂ ਸੀ ਔਰ ਲੋਕ ਉਹਨਾਂ ਤੋਂ ਮੁਹੱਬਤ ਕਰਦੇ ਸੀ। ਉਹ ਇੱਥੇ ਦੇ ਕਲਚਰਲ ਵੈਲਿਊਜ਼ ਨੂੰ, ਇੱਥੇ ਦੀ ਮਾਸ਼ਰਤ ਨੂੰ ਨਿਗੇਟ ਨਹੀਂ ਸੀ ਕਰਦੇ, ਉਹ ਉਹਨੂੰ ਐਕਸੈਪਟ ਕਰਦੇ ਸੀ ਔਰ ਉਹਨੂੰ ਟਰਾਂਸਫਾਰਮ ਕਰਦੇ ਸੀ ਆਪਣੀ ਤਾਲੀਮਾਤ ਦੇ ਹਵਾਲੇ ਨਾਲ। ਤੇ ਉਹ ਇੱਕ ਮੂਵਮੈਂਟ ਮੇਰਾ ਖਿਆਲ ਇੱਕ ਕਾਮਯਾਬ ਰਹੀ ਹੈ। ਲੇਕਿਨ ਓਵਰਆਲ ਫਾਤਿਹ ਔਰ ਮਫਤੂ ਦੇ ਰਿਸ਼ਤੇ 'ਚ ਤੁਸੀਂ ਦੇਖੋ ਤਾਂ ਰਵੱਈਏ ਜ਼ਾਹਿਰ ਉਹ ਵੀ ਬਿਲਕੁਲ ਡਿਫਰੈਂਟ ਨਜ਼ਰ ਆਉਂਦੇ ਨੇ। ਉਹਦੇ ਅੰਦਰ ਤਲਖੀ ਹੈ, ਉਹਦੇ ਅੰਦਰ ਨਫ਼ਰਤ ਹੈ ਔਰ ਉਹਦੇ ਅੰਦਰ ਵੀ ਕੋਈ ਅੱਛੀ ਯਾਦਾਂ ਵਾਬਸਤਾ ਨਹੀਂ। ਸਿੰਧ ਦੇ ਵਿੱਚ ਅੱਜ ਵੀ ਮੂਵਮੈਂਟ ਚੱਲਦੀ ਪਈ, ਉੱਥੇ ਮੁਹੰਮਦ ਬਿਨ ਕਾਸਮ ਦੇ ਬਾਰੇ 'ਚ ਅੱਜ ਵੀ ਡਿਬੇਟ ਹੁੰਦੀ ਹੈ ਕਿ ਉਹ ਫਾਤਿਹ ਸੀ ਜਾਂ ਗਾਸਿਬ ਸੀ, ਠੀਕ ਹੈ। ਉੱਥੇ ਅੱਜ ਵੀ ਡਿਬੇਟ ਹੁੰਦੀ ਹੈ ਕਿ ਸਾਡਾ ਹੀਰੋ ਰਾਜਾ ਦਾਹਿਰ ਹੈ ਜਾਂ ਮੁਹੰਮਦ ਬਿਨ ਕਾਸਮ ਹੈ। ਵਜ੍ਹਾ ਕੀ ਹੈ? ਵਜ੍ਹਾ ਸਿਰਫ ਹੈ ਕਿ ਇੱਕ ਹਮਲਾਵਰ ਹੈ ਔਰ ਇੱਕ ਬੰਦਾ ਮਫਤੂ ਹੈ ਔਰ ਇੱਕ ਜਗ੍ਹਾ ਨੈਸ਼ਨਲਿਜ਼ਮ ਦੇ ਹਵਾਲੇ ਨਾਲ ਗੱਲ ਹੋ ਰਹੀ ਔਰ ਇੱਕ ਜਗ੍ਹਾ ਮਜ਼ਹਬੀ ਤਨਾਜ਼ਰ ਵਿੱਚ ਗੱਲ ਹੋ ਰਹੀ ਹੈ। ਤੇ ਇਹ ਡਿਬੇਟ ਹੋਣਾ ਕੋਈ ਬੁਰੀ ਗੱਲ ਨਹੀਂ ਹੈਗੀ। ਹਾਂ, ਬੁਰੀ ਗੱਲ ਇਹ ਹੈ ਕਿ ਇਸ ਡਿਬੇਟ ਨੂੰ ਬੁਨਿਆਦ ਬਣਾ ਕੇ ਤੁਸੀਂ ਨਫ਼ਰਤ ਦਾ ਪ੍ਰਚਾਰ ਕਰੋ ਅਗੇਨ ਟੂਵਰਡਸ ਦੈਟ ਓਵਰਆਲ ਟੌਪਿਕ, ਕਿ ਤੁਸੀਂ ਉਹਨੂੰ ਟੋਲਰੈਂਸ ਨਾ ਹੋਏ ਤੁਹਾਡੇ ਅੰਦਰ, ਤੁਸੀਂ ਉਹਨੂੰ ਨਫ਼ਰਤ ਦਾ ਜ਼ਰੀਆ ਬਣਾ ਲਓ, ਤੁਸੀਂ ਉਹਨੂੰ ਇੱਕ ਤਾਸਬ ਦਾ ਜ਼ਰੀਆ ਬਣਾ ਲਓ। ਉਹ ਡੈਫੀਨਿਟਲੀ ਨਾ ਇੱਕ ਗਲਤ ਰਵੱਈਆ।
ਬਿਲਕੁਲ। ਔਰ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਵਿੱਚ ਇੱਕ ਫਨੀ ਜਿਹੀ ਗੱਲ ਦੱਸਦਾ ਜਾਵਾਂ ਇਸ ਚੀਜ਼ ਦੇ ਵਿੱਚ। ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਹੈ। ਮੇਰੀ ਇਸ ਤਰ੍ਹਾਂ ਹੀ 4-5 ਦਿਨ ਪਹਿਲੇ ਜਿਹੜਾ ਨਾ ਇੱਥੇ ਬੰਦੇ ਇੱਕ ਦੇ ਨਾਲ ਗੱਲ ਹੋ ਰਹੀ ਸੀ। ਇਹ ਜਿਹੜਾ ਅੱਜ ਕੱਲ ਟੌਪਿਕ ਚੱਲਿਆ ਹੋਇਆ ਹੈਗਾ, ਤੁਸੀਂ ਜ਼ਿਕਰ ਕੀਤਾ ਹੈ ਨਾ ਕਿ ਮੁਹੰਮਦ ਬਿਨ ਕਾਸਿਮ ਦਾ ਤੇ ਰਾਜਾ ਦਾਹਿਰ ਦਾ, ਤੇ ਅਗਰ ਹਿਸਟੋਰੀਕਲ ਦੇਖਿਆ ਜਾਵੇ ਤੇ ਰਾਜਾ ਦਾਹਿਰ ਜਿਹੜਾ ਹੈਗਾ ਉਹ ਬਹਰਹਾਲ ਉਸ ਜਿਹੜੇ ਕਾਰਨਾਮੇ ਨੇ ਜਾਂ ਉਸਨੇ ਜਿਸ ਤਰ੍ਹਾਂ ਕੀਤਾ ਹੈਗਾ ਸੀ ਉਹਨੂੰ ਤੇ ਇੱਕ ਹੀਰੋ ਦਾ ਦਰਜਾ ਦਿੱਤਾ ਜਾ ਸਕਦਾ ਹੈਗਾ, ਮੁਹੰਮਦ ਬਿਨ ਕਾਸਿਮ ਨੂੰ ਤੇ ਨਹੀਂ ਦਿੱਤਾ ਜਾ ਸਕਦਾ। ਮਗਰ ਤੁਸੀਂ ਦੇਖੋ ਕਿ ਉਸ ਬੰਦੇ ਨੇ ਮੈਨੂੰ ਮਿਸਾਲ ਪਤਾ ਕੀ ਦਿੱਤੀ, ਕਹਿੰਦਾ ਕਿ ਯਾਰ ਕਿਹੜਾ ਰਾਜਾ ਦਾਹਿਰ, ਕਹਿੰਦਾ ਕਿ ਅੱਜ ਪੂਰੇ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਮੈਂ ਤੈਨੂੰ ਲੱਖਾਂ ਜਿਹੜਾ ਹੈਗਾ ਨਾ ਕਾਸਿਮ ਦਿਖਾ ਦੇਣਾ, ਤੂੰ ਮੈਨੂੰ ਇੱਕ ਵੀ ਦਾਹਿਰ ਦੇ ਨਾਮ ਦਾ ਬੰਦਾ ਕੱਢ ਕੇ ਦਿਖਾ ਦੇ। ਦੇਖੋ ਦਾਹਿਰ ਤੇ ਫਿਰ ਇੱਕ ਕੰਟਰੋਵਰਸ਼ੀਅਲ ਆਦਮੀ ਹੈ ਨਾ, ਕੰਟਰੋਵਰਸ਼ੀਅਲ ਮਰਾਦ ਤਾਰੀਖ ਉਹਨੂੰ ਥੋੜਾ ਕੰਟਰੋਵਰਸ਼ੀਅਲ ਬਣਾਉਂਦੀ ਪਈ। ਤੁਹਾਡਾ ਇੱਕ ਪੰਜਾਬ ਦਾ ਇੱਕ ਅਲਟੀਮੇਟ ਦੋ ਹੀਰੋ ਨੇ ਪੰਜਾਬ ਦੇ, ਇੱਕ ਰਾਜਾ ਪੋਰਸ ਹੈ ਔਰ ਦੂਜਾ ਤੁਹਾਡਾ ਹੈ ਰਣਜੀਤ ਸਿੰਘ, ਠੀਕ ਹੈ। ਤੇ ਕਿੰਨੇ ਲੋਕ ਪੋਰਸ ਤੇ ਰਣਜੀਤ ਨਾਮ ਰੱਖਦੇ ਨੇ? ਬਿਲਕੁਲ। ਪੋਰਸ ਤੇ ਕੰਟਰੋਵਰਸ਼ੀਅਲ ਆਦਮੀ ਨਹੀਂ ਹੈ, ਪੋਰੂ ਜਾਂ ਪੋਰਸ ਸ਼ਾਇਦ ਇੰਡੀਆ 'ਚ ਲੋਕ ਰੱਖਦੇ ਹੋਣ, ਲੇਕਿਨ ਸਾਡੇ ਪੰਜਾਬ ਵਿੱਚ ਇੱਥੇ ਪਾਕਿਸਤਾਨ ਵਾਲੇ ਪਾਸੇ ਤੇ ਦੇਖੋ ਇਹੀ ਤਾਸਬ ਹੈ, ਇਹੀ ਇੰਤਹਾ ਪਸੰਦੀ ਹੈ। ਪਾਕਿਸਤਾਨ ਦਾ ਪ੍ਰੋਬਲਮ ਇਹ ਵੇ ਕਿ ਦਾਨਸ਼ਵਰ ਸਾਡੇ ਪਿੱਟਦੇ ਨੇ ਕਿ ਤੁਸੀਂ ਆਪਣੀ ਤਾਰੀਖ ਜਿਹੜੀ ਹੈ ਉਹ 712 ਤੋਂ ਸ਼ੁਰੂ ਕਰਦੇ ਹੋ, ਠੀਕ ਹੈ। ਜਦੋਂ ਤੁਸੀਂ ਮੁਹੰਮਦ ਬਿਨ ਕਾਸਿਮ ਤੋਂ ਤਾਰੀਖ ਸ਼ੁਰੂ ਕਰਦੇ ਹੋ ਔਰ ਮਤਾਲਿਆ ਪਾਕਿਸਤਾਨ 'ਚ ਤੁਸੀਂ ਬੱਚਿਆਂ ਨੂੰ ਇਹ ਪੜ੍ਹਾਉਂਦੇ ਹੋ ਕਿ ਪਾਕਿਸਤਾਨ ਉਸੇ ਦਿਨ ਮਾਰਦੇ ਵਜੂਦ 'ਚ ਆ ਗਿਆ ਸੀ ਜਿਸ ਦਿਨ ਪਹਿਲਾ ਬੰਦਾ ਬਰਸਗੀਰ 'ਚ ਮੁਸਲਮਾਨ ਹੋਇਆ, ਤੇ ਹੀਰੋ ਤੇ ਫਿਰ ਤੁਹਾਡਾ ਕਾਸਿਮ ਹੀ ਹੋਣਾ ਨਾ, ਠੀਕ ਹੈ। ਤੇ ਕਾਸਿਮ ਤੋਂ ਪੁਰਾਣੇ ਬੰਦੇ ਤੇ ਤੁਹਾਡੇ ਹੀਰੋ ਨਹੀਂ ਹੋਏ, ਤੁਸੀਂ ਤੇ ਇਰਰੈਲੇਵੈਂਟ ਕਰ ਦਿੱਤਾ ਉਹਨਾਂ ਸਾਰੇ ਚੀਜ਼ਾਂ ਨੂੰ। ਤੁਹਾਡੀ ਇਤਨੀ ਤੁਹਾਡੀ ਰਿਚ ਹਿਸਟਰੀ ਹੈ ਔਰ ਸਪੈਸ਼ਲੀ ਪਾਕਿਸਤਾਨ ਦੀ ਹਿਸਟਰੀ ਜਿਹੜੀ ਹੈ ਉਹਦੇ ਅੰਦਰ ਦੇਖੋ ਯਾਨੀ 2500 ਸਾਲ ਕਬਲੇ ਮਸੀਹ ਤੋਂ ਲੈ ਕੇ ਤੇ ਔਨਵਰਡ ਇਤਨੀ ਰਿਚ ਹਿਸਟਰੀ ਹੈ ਉਹਦੇ ਅੰਦਰ, ਇਤਨਾ ਕੁਛ ਹੈ। ਲੇਕਿਨ ਉਹ ਸਭ ਚੀਜ਼ਾਂ ਤੁਸੀਂ ਇੱਕ ਸਿਰਫ ਨਜ਼ਰੀਏ ਦੀ ਵਜ੍ਹਾ ਤੋਂ, ਤਾਸਬ ਦੀ ਵਜ੍ਹਾ ਤੋਂ, ਇੱਕ ਇੰਤਹਾ ਪਸੰਦੀ ਦੀ ਵਜ੍ਹਾ ਤੋਂ ਤੁਸੀਂ ਉਹਨੂੰ ਰਿਜੈਕਟ ਕਰਦੇ ਪਏ ਹੋ। ਪਾਕਿਸਤਾਨ ਦੇ ਦੇਖੋ ਮਸਾਇਲ ਇੰਤਹਾ ਪਸੰਦੀ ਦੇ ਮਹਿਮੂਦ ਸਾਹਿਬ ਤੇ ਬਸ਼ਾਰਾ ਸਾਹਿਬ ਬੜੇ ਗੰਭੀਰ ਨੇ। ਜਿਨਾਹ ਸਾਹਿਬ ਨੇ ਪਾਕਿਸਤਾਨ ਬਣਾਇਆ, ਜਿਨਾਹ ਸਾਹਿਬ ਨੇ ਮੂਵਮੈਂਟ ਚਲਾਈ, ਠੀਕ ਹੈ। ਔਰ ਜਿਨਾਹ ਸਾਹਿਬ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਇੰਤਹਾਈ ਸੈਕੂਲਰ ਆਦਮੀ ਹੈ, ਪੈਂਟ ਕੋਟ ਪਾਉਣ ਵਾਲਾ ਬੰਦਾ ਹੈ, ਕੁੱਤਾ ਚੁੱਕਿਆ ਹੋਇਆ ਹੈ, ਵੈਸਟਰਨ ਲਾਈਫ ਸਟਾਈਲ ਹੈ, ਕਾਰਪੋਰੇਟ ਲਾ ਦਾ ਬੰਦਾ ਮਾਸਟਰ ਹੈ ਔਰ ਉਹ ਲੰਦਨ ਤੋਂ ਪੜ੍ਹ ਕੇ ਆਏ ਨੇ, ਉਰਦੂ ਉਹਨਾਂ ਨੂੰ ਆਉਂਦੀ ਕੋਈ ਨਹੀਂ, ਠੀਕ ਹੈ। ਔਰ ਕਲੀਨ ਸ਼ੇਵਡ ਬੰਦਾ, ਟੋਟਲੀ ਵੈਸਟਰਨ ਸਟਾਈਲ ਮਾਡਰਨ ਪਰਸਨ। ਉਸ ਆਦਮੀ ਨੇ ਇੱਕ ਤਬਕੇ ਦੇ ਮੂਵਮੈਂਟ ਚਲਾਈ ਹੈ ਔਰ ਉਹ ਤਬਕਾ ਮੁਸਲਮਾਨ ਸੀ, ਉਹਨਾਂ ਨੂੰ ਮੁਸਲਮਾਨਾਂ ਦੀ ਕਸਮ ਪੁਰਸੀ ਤੋਂ ਹਮਦਰਦੀ ਸੀ, ਉਹ ਸਮਝਦੇ ਸੀ ਕਿ ਇਹ ਡਿਪਰੈਸਡ ਕਲਾਸ ਹੈ। ਉਹਨਾਂ ਨੇ ਬੜੀ ਲੰਬੀ ਮੂਵਮੈਂਟ ਚਾਹੀ, ਹੀ ਵਾਸ ਵੈਰੀ ਗ੍ਰੇਟ ਪਰਸਨ, ਮੈਂ ਉਹਨੂੰ ਬੜਾ ਐਡਮਾਇਰ ਕਰਦਾ। ਔਰ ਉਹਨਾਂ ਨੇ ਹੱਦ ਤੱਕ ਇਮਕਾਨ ਕੋਸ਼ਿਸ਼ ਕੀਤੀ ਇੰਡੀਆ ਦੇ ਨਾਲ, ਯਾਨੀ ਹਿੰਦੁਸਤਾਨ ਦੇ ਜਿਹੜੀ ਉਸ ਟਾਈਮ ਦੀ ਲੀਡਰਸ਼ਿਪ ਹੈ, ਕਾਂਗਰਸ ਨਾਲ ਮਿਲ ਕੇ ਕੋਈ ਦਰਮਿਆਨਾ ਰਸਤਾ ਕੱਢਿਆ ਜਾਏ ਔਰ ਕਿਸੇ ਕਨਫੈਡਰੇਸ਼ਨ ਦੇ ਤਹਿਤ ਹਿੰਦੁਸਤਾਨ ਦੇ ਅੰਦਰ ਮੁਸਲਮਾਨਾਂ ਦੇ ਸਿਆਸੀ ਤਹਫਜ਼ਾਤ ਜਿਹੜੇ ਨੇ ਨਾ, ਜਿਹੜੇ ਸਿਆਸੀ ਮਫਾਦਾਤ ਨੇ ਉਹਦਾ ਤਹਫਜ਼ ਕੀਤਾ ਜਾਏ। ਉਹ ਨਹੀਂ ਕਾਮਯਾਬ ਹੋ ਸਕੇ। 1915 ਤੋਂ ਲਖਨਊ ਪੈਕਟ ਜਦੋਂ ਹੋਇਆ ਸੀ ਉਦੋਂ ਦੀ ਕੋਸ਼ਿਸ਼ ਕਰਦੇ ਪਏ ਸੀ ਔਰ 46 ਜਦੋਂ ਕੈਬਨਿਟ ਮਿਸ਼ਨ ਆਇਆ ਔਰ ਉਹਨੂੰ ਅਬੁਲ ਕਲਾਮ ਆਜ਼ਾਦ ਨੇ ਤੇ ਐਕਸੈਪਟ ਕਰ ਲਿਆ, ਲੇਕਿਨ ਉਹਨਾਂ ਦੇ ਜਿਹੜੇ ਬਾਅਦ ਦੇ ਸਦਰ ਸੀ ਨਹਿਰੂ, ਉਹਨਾਂ ਨੇ ਐਕਸੈਪਟ ਨਹੀਂ ਕੀਤਾ, ਉਹ ਪਲਾਨ ਨਾਕਾਮ ਹੋ ਗਿਆ। ਨਤੀਜਾ ਇਹ ਨਿਕਲਿਆ 47 ਦੀ ਪਾਰਟੀਸ਼ਨ ਹੋ ਗਈ। ਅੱਛਾ, ਹੁਣ ਪਾਰਟੀਸ਼ਨ ਹੋਈ ਹੈ ਦੋ ਕੌਮੀ ਨਜ਼ਰੀਏ ਦੀ ਬੁਨਿਆਦ ਤੇ। ਜਿਨਾਹ ਸਾਹਿਬ ਸਮਝਦੇ ਸੀ ਕਿ ਦੋ ਕੌਮੀ ਨਜ਼ਰੀਆ ਜਿਹੜਾ ਨਾ ਇੱਕ ਡੈਸਟੀਨੇਸ਼ਨ ਦੀ ਹੱਦ ਤੱਕ ਤੇ ਠੀਕ ਹੈ, ਤੁਸੀਂ ਪਾਕਿਸਤਾਨ ਹਾਸਲ ਕਰ ਲਿਆ, ਠੀਕ ਹੈ। ਜਦੋਂ ਪਾਕਿਸਤਾਨ ਹਾਸਲ ਕਰ ਲਿਆ ਉਹ ਸਮਝਦੇ ਸੀ ਕਿ ਇਹ ਨਜ਼ਰੀਆ ਹੁਣ ਦੁਬਾਰਾ ਮਲਟੀਪਲਾਈ ਨਹੀਂ ਹੋਣਾ ਚਾਹੀਦਾ ਵਿਦਨ ਪਾਕਿਸਤਾਨ। ਔਰ ਉਹਨਾਂ ਨੇ 11 ਅਗਸਤ 1948 ਦੀ ਜਿਹੜੀ ਸਪੀਚ ਕੀਤੀ ਹੈ ਪਾਰਲੀਮੈਂਟ ਦੇ ਅੰਦਰ, ਬੜੀ ਇੰਪੋਰਟੈਂਟ ਸਪੀਚ ਹੈ, ਬਹੁਤ ਸਾਰੇ ਲੋਕ ਉਹਦਾ ਹਵਾਲਾ ਦਿੰਦੇ ਨੇ ਕਿ ਇਹ ਪਾਕਿਸਤਾਨ ਦੇ ਵਿੱਚ ਕਿਸੇ ਦਾ ਮਜ਼ਹਬ ਰੈਲੇਵੈਂਟ ਨਹੀਂ ਹੈਗਾ। ਯੂ ਆਲ ਆਰ ਫ੍ਰੀ ਟੂ ਗੋ ਟੂ ਯੋਰ ਟੈਂਪਲ, go to your mosque, go to your worship place without any discrimination of caste, creed, religion and curse ਨਾ। ਉਹਨਾਂ ਨੇ ਕਿਹਾ ਸਾਰੇ ਤੁਸੀਂ ਆਜ਼ਾਦ ਹੋ, ਆਪਣੀ ਪ੍ਰੈਕਟਿਸਿਸ ਕਰੋ ਔਰ ਸਟੇਟ ਨੂੰ ਇਹਦੇ ਨਾਲ ਕੋਈ ਗਰਜ਼ ਨਹੀਂ ਕਿ ਤੁਹਾਡਾ ਕੀ ਰਿਲੀਜਨ ਹੈ। ਉਹ ਸਮਝਦੇ ਸੀ ਕਿ ਇਹ ਮੁਸਲਮਾਨਾਂ ਦੀ ਰਿਆਸਤ ਜ਼ਰੂਰ ਹੈ ਲੇਕਿਨ ਇਹ ਇਸਲਾਮਿਕ ਰਿਆਸਤ ਨਹੀਂ ਹੈਗੀ। ਅੱਛਾ, ਹੋਇਆ ਕਿ ਦਿਲਚਸਪ ਵਾਕਿਆ ਜਿਹੜੀ ਹਿਸਟਰੀ ਹੈ ਉਹ ਇਹ ਵੇ
ਅਲਮੀਆ ਜਿਹੜਾ ਹੈ ਬਿਸ਼ਾਰਤ ਸਾਹਿਬ ਇਹ ਵੇ ਕਿ ਜਿਹੜੀ ਵਜ਼ਾਰਤ ਮਵਾਸਲਾਤ ਸੀ ਨਾ, ਉਹਨਾਂ ਨੇ ਜਿਨਾਹ ਸਾਹਿਬ ਦੀ ਤਕਰੀਰ ਨਸ਼ਰ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਦਿਸ ਇਜ਼ ਅਗੇਂਸਟ ਟੂ ਨੇਸ਼ਨ ਥਿਊਰੀ, ਦਿਸ ਇਜ਼ ਅਗੇਂਸਟ ਆਵਰ ਬੇਸਿਕ ਆਈਡੀਓਲੋਜੀ। ਔਰ ਉਸ ਜ਼ਮਾਨੇ ਦੇ ਵਿੱਚ ਇੱਕ ਸਾਹਿਬ ਸੀ ਅਲਤਾਫ ਹੁਸੈਨ ਸਾਹਿਬ, ਉਹ ਡਾਨ ਦੇ ਐਡੀਟਰ ਸੀ। ਉਹਨਾਂ ਨੇ ਸੈਕਟਰੀ ਮਵਾਸਲਾਤ ਨੂੰ ਆਖਿਆ ਮੁਹੰਮਦ ਅਲੀ ਸਾਹਿਬ ਨੂੰ ਕਿ ਭਾਈ ਜੀ ਇਹ ਨਸ਼ਰ ਕਰੋ ਤੇ ਮੈਂ ਗਵਰਨਰ ਜਨਰਲ ਨੂੰ ਤੁਹਾਡੀ ਸ਼ਿਕਾਇਤ ਲਾਵਾਂਗਾ। ਮਜਬੂਰਨ ਉਹਨਾਂ ਨੇ ਨਸ਼ਰ ਕੀਤੀ। ਯਾਨੀ ਉਦੋਂ ਮਾਈਂਡ ਸੈਟ ਬਿਊਰੋਕ੍ਰੇਸੀ ਦਾ ਔਰ ਲੀਗ ਦੇ ਬਾਕੀ ਲੋਕਾਂ ਦਾ ਇਹੀ ਸੀ ਕਿ ਜਿਨਾਹ ਸਾਹਿਬ ਇਰਰੈਲੇਵੈਂਟ ਨਾ ਹੋ, ਕਿਉਂਕਿ ਜਿਨਾਹ ਸਾਹਿਬ ਦੇ ਹੁਣ ਨਜ਼ਰੀਆਤ ਦੇ ਅੱਗੇ ਫੁੱਲ ਸਟਾਪ ਲੱਗਣੇ ਸ਼ੁਰੂ ਹੋ ਗਏ ਸੀ। ਬਾਤ ਇਹ ਹੋਈ ਜਿਨਾਹ ਸਾਹਿਬ ਫੌਤ ਹੋ ਗਏ। ਜਿਨਾਹ ਸਾਹਿਬ ਫੌਤ ਹੋ ਗਏ ਔਰ ਉਸ ਤੋਂ ਬਾਅਦ ਆਬਜੈਕਟਿਵ ਰੈਜ਼ੋਲੂਸ਼ਨ ਕਰਾਰਦਾਦ ਦੇ ਮਕਾਸਦ ਪਾਸ ਹੋ ਗਈ 49 ਦੇ ਵਿੱਚ। ਲਿਆਕਤ ਅਲੀ ਖਾਨ ਨੇ ਉਹ ਪਾਸ ਕਰਤੀ। ਹੁਣ ਜਿਨਾਹ ਸਾਹਿਬ ਕਿਵੇਂ ਫੌਤ ਹੋਏ, ਜਿਨਾਹ ਸਾਹਿਬ ਦੀ ਹਮਸ਼ੀਰਾ ਦੇ ਉਹ ਕੀ ਅਲਫਾਜ਼ ਨੇ, ਉਹ ਸਾਰੀ ਚੀਜ਼ਾਂ ਹਿਸਟਰੀ ਦਾ ਹਿੱਸਾ ਨੇ, ਡਿਸਕਸ ਕਰਨ ਦੀ ਜ਼ਰੂਰਤ ਨਹੀਂ। ਜਦੋਂ ਆਬਜੈਕਟਿਵ ਰੈਜ਼ੋਲੂਸ਼ਨ ਪਾਸ ਹੋਈ ਹੈ ਨਾ, ਉਹਦੇ ਬਾਰੇ ਵੀ ਬੜਾ ਦਿਲਚਸਪ ਤੁਹਾਨੂੰ ਮੈਂ ਗੱਲ ਸੁਣਾ ਦੇਣਾ। 48 ਵਿੱਚ ਜਨਾਬ ਆਬਜੈਕਟਿਵ ਰੈਜ਼ੋਲੂਸ਼ਨ ਪਾਸ ਹੋਈ। ਹੁਣ ਜਿਨਾਹ ਸਾਹਿਬ, ਲਿਆਕਤ ਅਲੀ ਖਾਨ, ਗਵਰਨਰ ਗੁਲਾਮ ਮੁਹੰਮਦ, ख्वाजा नाज़मुद्दीन, सिकंदर मिर्जा, ये जितने भी आदमी सी, they were very much secular and liberal in their personal life, ठीक है। और लियाकत अली खान ते विस्की दे बड़े शौकीन सी, यानी किताबां भरियां पईयां ने, इच कोई सीक्रेट नहीं हैगा। बड़े लिबरल आदमी और सेकुलर आदमी, लेकिन ये बंदे अपनी जात दी हद तक बड़े लिबरल सी। कोलैक्टिवली या इज्तमाई तौर पे माशरत वास्ते लोग बंदे बन गए बड़े जनाब राइटिस्ट बन गए। हुण लियाकत अली खान ने ऑब्जेक्टिव रेजोल्यूशन पास करवाती। ऑब्जेक्टिव रेजोल्यूशन की है करारदाद मकासद जेड़ी है कि सोवरेनिटी बिलोंग्स टू अल्लाह, कि हाकिमियत आला जेड़ी है वो अल्लाह ताला को, जबकि डेमोक्रेटिक रिपब्लिक दे विच ते हाकिमियत पब्लिक कोल होंदी है, अवाम कोल होंदी है। ਜਦੋਂ ਇਹਨਾਂ ਨੇ ਸੋਵਰੈਨਿਟੀ ਬਿਲੋਂਗਸ ਟੂ ਅੱਲਾ ਕਰਾਰਦਾਦ ਪੇਸ਼ ਕੀਤੀ ਤੇ ਮਸ਼ਰਕੀ ਬੰਗਾਲ ਤੋਂ 2 ਮੈਂਬਰ ਪਾਰਲੀਮੈਂਟ ਸੀ ਗੈਰ ਮੁਸਲਿਮ, ਉਹਨਾਂ ਨੇ ਬੜੀ ਜਜ਼ਬਾਤੀ ਤਕਰੀਰ ਕੀਤੀ। ਉਹਨਾਂ ਦੇ ਵਿੱਚੋਂ ਇੱਕ ਮਸ਼ਹੂਰ ਆਦਮੀ ਸੀ ਚਟਰਪਾਦੀਆ, ਉਹਨਾਂ ਦਾ ਨਾਮ ਸੀ। ਚਟਰਪਾਦੀਆ ਨੇ ਆਖਿਆ ਕਿ ਲਿਆਕਤ ਅਲੀ ਖਾਨ ਇਹ ਤੁਸੀਂ ਕੀ ਕਰਦੇ ਪਏ ਹੋ? ਠੀਕ ਹੈ, ਅਸੀਂ ਇੱਥੇ ਸਦੀਆਂ ਤੋਂ ਰਹਿੰਦੇ ਪਏ ਹਾਂ ਔਰ ਸਾਡੇ ਵਾਸਤੇ ਤੇ ਸਰਜ਼ਮੀਨ ਤੰਗ ਹੋ ਜਾਏਗੀ ਇਹ ਸਾਰੀ ਮੂਵਮੈਂਟ ਤੋਂ ਬਾਅਦ, ਔਰ ਅਸੀਂ ਕਿੱਥੇ ਜਾਵਾਂਗੇ? ਸਾਡੇ ਆਬਾਓ ਅਜਦਾਦ ਦੀ ਜ਼ਮੀਨ ਹੈ, ਅਸੀਂ ਤੇ ਇੱਥੇ ਬੜੇ ਆਜ਼ਾਦ ਤਰੀਕੇ ਨਾਲ ਆਪਣੇ ਜ਼ਿੰਦਗੀ ਬਸਰ ਕੀਤੀ ਔਰ ਤੁਸੀਂ ਇਹੋ ਜਿਹੇ ਕਾਨੂੰਨ ਪਾਸ ਕਰ ਦਿੱਤੇ ਤੇ ਸਾਡਾ ਤੇ ਜੀਣਾ ਇੱਥੇ ਦੋ ਵਾਰ ਹੋ ਜਾਏਗਾ। ਮੈਂ ਸਮਝਦਾ ਬੜਾ ਲਿਬਰਲ ਔਰ ਬੜਾ ਦੂਰਅੰਦੇਸ਼ ਆਦਮੀ ਸੀ ਉਹ। ਬਿਲਕੁਲ, ਬਹੁਤ ਅੱਛੀ ਗੱਲ ਕੀਤੀ। ਉਹਦੇ ਜਵਾਬ ਵਿੱਚ ਲਿਆਕਤ ਅਲੀ ਖਾਨ ਨੇ ਉਹਨੂੰ ਆਖਿਆ ਕਿ ਵੀ ਗੱਲ ਹੈ ਕਿ ਇਸਲਾਮ ਜਾਂ ਸਾਡਾ ਮਜ਼ਹਬ ਰਾਈਟ ਦਿੰਦਾ ਸਾਨੂੰ ਕਿ ਅਸੀਂ ਪੋਲਿਟਿਕਸ ਦੇ ਵਿੱਚ ਮਦਾਖਲਤ ਕਰ ਸਕੀਏ। ਅਲਫਾਜ਼ ਨੇ ਰਿਕਾਰਡ ਦਾ ਹਿੱਸਾ ਨੇ। ਅੱਛਾ, ਮਜ਼ੇ ਦੀ ਗੱਲ ਉੱਥੇ ਹੈ ਕਿ ਸਰ ਜ਼ਹੁਰੁੱਲਾ ਖਾਨ ਸਾਹਿਬ ਉਦੋਂ ਮਿਨਿਸਟਰ ਸੀ, ਫੋਰਨ ਮਿਨਿਸਟਰ ਸੀ, ਔਰ ਉਹਨਾਂ ਨੇ ਚਟਰਪਾਦੀਆ ਨੂੰ ਸਮਝਾਇਆ ਕਿ ਚਟਰਪਾਦੀਆ ਤੂੰ ਬਿਲਕੁਲ ਫਿਕਰ ਨਾ ਕਰ, ਇਸਲਾਮ ਜਿਹੜਾ ਨਾ ਅਕਲੀਅਤਾਂ ਨੂੰ ਮੁਕੰਮਲ ਤਹਫੁਜ਼ ਦਿੰਦਾ ਹੈ ਔਰ ਅਕਲੀਅਤਾਂ ਨੂੰ ਇਸਲਾਮਾਈਜੇਸ਼ਨ ਦੇ ਅੰਦਰ ਬਿਲਕੁਲ ਕੋਈ ਖਤਰਾ ਨਹੀਂ ਹੋਏਗਾ। ਤੇ ਸਾਡੇ ਅੱਜ ਦੇ ਬਹੁਤ ਸਾਰੇ ਜਿਹੜੇ ਇੰਟੈਲੈਕਚੁਅਲ ਨੇ, ਦਾਨਿਸ਼ਵਰ ਨੇ, ਇਸ ਗੱਲ ਤੇ ਜ਼ਰੂਰ ਹੱਸਦੇ ਨੇ ਕਿ ਜ਼ਹੁਰੁੱਲਾ ਖਾਨ ਸਾਹਿਬ ਅਗਰ ਜ਼ਿੰਦਾ ਹੁੰਦੇ ਤੇ ਉਹਨਾਂ ਦੀ ਮਾਸੂਮੀਅਤ ਸੀ ਕਿ ਉਹਨਾਂ ਨੇ ਸਮਝਿਆ ਕਿ ਸ਼ਾਇਦ ਇਹ ਚੀਜ਼ ਇੱਥੇ ਸਟਾਪ ਹੋ ਜਾਏਗੀ, ਲੇਕਿਨ ਉਹ ਫਿਰ ਮਲਟੀਪਲਾਈ ਹੋਈ ਅੱਗੇ ਔਰ ਇਸ ਖਤਰਨਾਕ ਤਰੀਕੇ ਨਾਲ ਮਲਟੀਪਲਾਈ ਹੋਈ ਹੈ ਕਿ ਮਜ਼ਹਬੀ ਇੰਤਹਾ ਪਸੰਦੀ ਆਪਣੇ ਅਰੂਜ ਨੂੰ ਪਹੁੰਚ ਗਈ। ਜਦੋਂ ਦੇਖੋ ਹਾਕਿਮੀਅਤ ਤੁਸੀਂ ਅੱਲਾਹ ਤਾਲਾ ਦੇ ਹੱਥ 'ਚ ਦੇ ਦਿੱਤੀ ਹੈ ਔਰ ਅੱਲਾਹ ਤਾਲਾ ਦੀ ਇੰਟਰਪ੍ਰੀਟੇਸ਼ਨ ਤੇ ਮੌਲਵੀ ਨੇ ਕਰਨੀ ਹੈ। ਇਹਦਾ ਮਤਲਬ ਤੁਸੀਂ ਸਭ ਕੁਝ ਦਿੰਦੇ ਪਏ ਹੋ ਮੌਲਵੀ ਦੇ ਹੱਥ 'ਚ। ਡਾਕਟਰ ਰਜ਼ੀ ਵਾਸਤੀ ਸੀ, ਬੜੇ ਸਾਡੇ ਮਸ਼ਹੂਰ ਉਸਤਾਦ ਨੇ ਤਾਰੀਖ ਦੇ, ਔਰ ਉਹਨਾਂ ਦਾ ਇੱਕ ਬੜੀ ਅੱਛੀ ਕੋਟੇਸ਼ਨ ਹੈ, ਉਹਨਾਂ ਦੀ ਕੋਟੇਸ਼ਨ ਹੀ ਮੈਂ ਸਟੂਡੈਂਟ ਏਜ 'ਚ ਪੜ੍ਹੀ ਹੋਈ ਹੈ। ਉਹਨਾਂ ਨੇ ਬੜੀ ਅੱਛੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ everything was going on right way. Mr. Jinnah was sailing the boat of Pakistan in calm ocean and suddenly Qaid died. After his death, boat were hijacked by mullahs. ठीक है, और ये boat after the Qaid death, objective resolution was passed and the boat was hijacked by the mullahs. ठीक है, वही होया कि वो कायद फौत हो गए, ऑब्जेक्टिव रेजोल्यूशन पास हो गई और वो ऑब्जेक्टिव रेजोल्यूशन पास होने दी देर सी कि मौलवियां ने वो थोड़ा मुल्क ऐसा हाईजैक किया कि हुण वो मुल्क
ਐਸੇ ਨਰਵੇ ਚ ਆ ਗਿਆ, ਇਤਨੇ ਸ਼ਿਕੰਜੇ ਚ ਆ ਗਿਆ ਹੋਇਆ ਹੈ ਕਿ ਤੁਸੀਂ ਹੁਣ ਉਸ ਤੋਂ ਆਪਣੀ ਜਾਨ ਨਹੀਂ ਛੁਡਾ ਸਕਦੇ ਕਿਸੇ ਵੀ ਤਰੀਕੇ ਨਾਲ। ਐਗਜ਼ੈਕਟਲੀ ਇਹ ਗੱਲ ਹੈ। ਤੇ ਡਿਬੇਟ ਜਿਹੜੀ ਹੈ